फरीदकोट के गुरु गोबिंद सिंह हस्पताल नूं 200 के करीब नवे गद्दे मिल गए ने जो सेहत मंत्री चेतन सिंह जोड़ा माजरा ने भिजवाए। खराब गद्दियां नूं लैके ही सेहत मंत्री अते बाबा फरीद यूनीवर्सिटी के वाइस चांसलर विचाले विवाद होया सी। ਇਹ ਖਰਾਬ ਗੱਦੇ ਜਿਨ੍ਹਾਂ ਕਾਰਨ ਫਰੀਦਕੋਟ ਵਿੱਚ ਗੁਰੂ ਗੋਬਿੰਦ ਸਿੰਘ ਹਸਪਤਾਲ ਦਾ ਮਾਹੌਲ ਗਰਮਾਇਆ। ਸਿਹਤ ਮੰਤਰੀ ਜੋੜਾ ਮਾਜਰਾ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦੁਰ ਆਮੋ ਸਾਹਮਣੇ ਆ ਗਏ। ਭਾਵੇਂ ਇਹ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਪਰ ਹਸਪਤਾਲ ਨੂੰ ਨਵੇਂ ਗੱਦੇ ਜ਼ਰੂਰ ਮਿਲ ਗਏ। ਇਸ ਦਾ ਉਪਰਾਲਾ ਖੁਦ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕੀਤਾ, ਜਿਨ੍ਹਾਂ ਨੇ ਹਸਪਤਾਲ ਦੇ ਲਈ 200 ਗੱਦੇ ਭਿਜਵਾਏ, ਜਿਸ ਦਾ ਖਰਚ ਖੁਦ ਸਿਹਤ ਮੰਤਰੀ ਨੇ ਆਪਣੀ ਜੇਬ ਚੋਂ ਕੀਤਾ ਹੈ। ਅੱਜ ਜਿਹੜਾ ਪਿਛਲੇ ਦਿਨੀ ਸਾਡੇ ਸਿਹਤ ਮੰਤਰੀ ਸਾਹਿਬ ਵੇਖ ਕੇ ਗਏ ਸੀਗੇ ਵੀ ਹਸਪਤਾਲ ਵਿੱਚ ਕਿਹੜੀਆਂ ਕਮੀਆਂ, ਜਿਹਦੇ ਵਿੱਚੋਂ ਇੱਕ ਗੱਦਿਆਂ ਦੀ ਜਿਹੜੀ ਸਭ ਤੋਂ ਵੱਧ ਲੋੜ ਹੈ। ਜਦੋਂ ਵੀ ਕੋਈ ਮਰੀਜ਼ ਆਉਂਦਾ ਤਾਂ ਉਹਨੇ ਉਸ 'ਤੇ ਲੇਟਣਾ ਹੁੰਦਾ, ਤਾਂ ਉਸ ਨੂੰ ਦੇਖਦੇ ਹੋਏ ਮੰਤਰੀ ਸਾਹਿਬ ਨੇ ਆਪਦੇ ਜਿਹੜੀ ਨੇਕ ਕਮਾਈ ਦੇ ਵਿੱਚੋਂ 200 ਗੱਦਾ ਇੱਥੇ ਭੇਜਿਆ ਜੀ ਹਸਪੀਟਲ। ਸੋ ਉਹ ਅਸੀਂ ਇੱਥੇ ਹੈਂਡਓਵਰ ਕਰਨ ਆਏ ਸੀਗੇ ਸਟਾਫ ਨੂੰ। ਹਸਪਤਾਲ ਨੂੰ ਗੱਦੇ ਦੇਣ ਦੇ ਲਈ ਫਰੀਦਕੋਟ ਦੇ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਵੀ ਪਹੁੰਚੇ ਤੇ ਕਿਹਾ ਕਿ ਹਸਪਤਾਲ ਵਿੱਚ 1100 ਗੱਦਿਆਂ ਦੀ ਲੋੜ ਹੈ ਤੇ ਛੇਤੀ ਹੀ ਨਵੇਂ ਗੱਦੇ ਮੁਹੱਈਆ ਕਰਾਏ ਜਾਣਗੇ। ਜਿੱਥੇ ਤੱਕ ਮੈਨੂੰ ਪਤਾ ਵੀ 1100 ਬੈੱਡ ਆ ਮੈਡੀਕਲ ਦੇ ਵਿੱਚ, ਤੇ ਉਹ ਸਾਡੀ ਜ਼ਿੰਮੇਵਾਰੀ ਆ। ਹੁਣ ਉਹ 1100 ਬੈੱਡ ਤੇ 1100 ਬੈੱਡਾਂ ਤੇ ਗੱਦੇ ਹੋਣਗੇ ਨਵੇਂ ਵਧੀਆ। ਮੰਤਰੀ ਸਾਹਿਬ ਨੇ ਕਿਹਾ ਵੀ ਜੇ ਤੁਹਾਨੂੰ, ਕਿਉਂਕਿ ਲੋਕ ਬਹੁਤ ਕਹਿ ਰਹੇ ਸੀ ਵੀ ਮੰਤਰੀ ਨੇ ਅੱਜ ਤੋਂ ਪਹਿਲਾਂ ਕੀ ਕੀਤਾ ਜਾਂ ਇਹ 12ਵੀਂ ਪਾਸ ਨੇ ਇੱਥੇ ਕੁਝ ਦਿੱਤਾ ਜਾਂ ਕਰਿਆ, ਸੋ ਉਹਨਾਂ ਨੇ ਆਪਦੀ ਨੇਕ ਕਮਾਈ ਚੋਂ ਇਹ ਜਿਹੜੇ ਗੱਦੇ ਆ ਉਹ ਹੈਂਡਓਵਰ ਕੀਤੇ ਆ। ਜ਼ਿਕਰ ਖਾਸ ਹੈ ਕਿ ਕੁਝ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਬਾਬਾ ਫਰੀਦ ਹਸਪਤਾਲ ਦਾ ਦੌਰਾ ਕੀਤਾ ਸੀ ਤੇ ਉੱਥੇ ਖਰਾਬ ਗੱਦੇ ਵੇਖ ਕੇ ਉਹਨਾਂ ਦਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਵੀਸੀ ਡਾਕਟਰ ਰਾਜ ਬਹਾਦੁਰ ਨੂੰ ਗੱਦਿਆਂ ਤੇ ਲੇਟਣ ਲਈ ਕਿਹਾ ਸੀ, ਜਿਸ ਤੋਂ ਨਾਰਾਜ਼ ਹੋਏ ਵੀਸੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਹਸਪਤਾਲ ਨੂੰ ਨਵੇਂ ਗੱਦੇ ਮਿਲ ਗਏ ਨੇ, ਜਿਸ ਦੇ ਨਾਲ ਮਰੀਜ਼ਾਂ ਦੀ ਲੰਮੇ ਸਮੇਂ ਦੀ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ। ਫਰੀਦਕੋਟ ਤੋਂ ਨਰੇਸ਼ ਸੇਠੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਬਿਜਲੀ ਸੋਧ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕਰ ਦਿੱਤਾ ਗਿਆ, ਪਰ ਬਿੱਲ ਦੇ ਪੇਸ਼ ਹੋਣ ਤੇ ਵਿਰੋਧੀ ਧਿਰਾਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ, ਜਿਸ ਦੇ ਬਾਅਦ ਬਿੱਲ ਨੂੰ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ। Mr. Speaker, sir, I beg to move for leave to introduce a bill further to amend the Electricity Act. ਲੋਕ ਸਭਾ ਦੇ ਵਿੱਚ ਜਿਵੇਂ ਹੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਬਿਜਲੀ ਸੋਧ ਬਿੱਲ ਪੇਸ਼ ਕੀਤਾ ਤਾਂ ਵਿਰੋਧੀ ਧਿਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧ ਕਰਨ ਵਾਲਿਆਂ ਦੇ ਵਿੱਚ ਕਾਂਗਰਸ ਦੇ ਸਮੇਤ ਵੱਖ-ਵੱਖ ਸਿਆਸੀ ਧਿਰਾਂ ਦੇ ਲੋਕ ਸਭਾ ਮੈਂਬਰ ਸ਼ਾਮਲ ਸਨ। ਵਿਰੋਧੀ ਧਿਰਾਂ ਨੇ ਇਸ ਬਿੱਲ ਨੂੰ ਸੰਘੀ ਢਾਂਚੇ ਅਤੇ ਦੇਸ਼ ਦੇ ਲੋਕਾਂ ਦੇ ਖਿਲਾਫ ਦੱਸਿਆ। ਪੰਜਾਬ ਤੋਂ ਕਾਂਗਰਸ ਐਮਪੀ ਮਨੀਸ਼ ਤਿਵਾਰੀ ਨੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਸੂਬੇ ਦੇ ਅਧਿਕਾਰਾਂ ਤੇ ਹਮਲਾ ਕਰਾਰ ਦਿੱਤਾ ਅਤੇ ਇਸ ਬਿੱਲ ਨੂੰ ਖਪਤਕਾਰਾਂ ਦੇ ਵਿਰੁੱਧ ਦੱਸਿਆ। This amendment bill substantially weakens the power of the states to achieve this objective by providing for multiple privately owned distribution companies in the same area to allow them to use the existing infrastructure. This, Mr. Chairperson, sir, I'm afraid will lead to privatization of profits and nationalization of losses. ਵਿਰੋਧੀ ਧਿਰਾਂ ਦੇ ਜ਼ਬਰਦਸਤ ਹੰਗਾਮੇ ਦੇ ਵਿਚਾਲੇ ਬਿਜਲੀ ਸੋਧ ਬਿੱਲ ਨੂੰ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ। That this entire matter will be discussed in the standing committee. Okay. And the standing committee has representatives from all the parties. Therefore, my entire matter was that we can save the time of the House. No problem. बिल जब स्टैंडिंग कमेटी में भेजने का निर्णय कर दिया, डिस्कस उसमें हो जाएगी ना। ਵਿਰੋਧੀ ਧਿਰਾਂ ਨੇ ਇਸ ਤੋਂ ਬਾਅਦ ਵੀ ਹੰਗਾਮਾ ਕਰਦਿਆਂ ਤਰਕ ਦਿੱਤਾ ਕਿ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਯਕੀਨ ਦਿਵਾਇਆ ਸੀ ਕਿ ਉਹਨਾਂ ਦੇ ਨਾਲ ਡਿਸਕਸ ਕਰਕੇ ਬਿੱਲ ਨੂੰ ਸਦਨ ਦੇ ਵਿੱਚ ਲਿਆਂਦਾ ਜਾਵੇਗਾ, ਪਰ ਸਰਕਾਰ ਨੇ ਬਿਨਾਂ ਸੰਯੁਕਤ ਮੋਰਚੇ ਨਾਲ ਮਸ਼ਵਰਾ ਕੀਤਿਆਂ ਬਿੱਲ ਪੇਸ਼ ਕਰਕੇ ਵਾਅਦਾ ਤੋੜਿਆ। ਇਹ ਬਿੱਲ ਕਿਸਾਨਾਂ ਦੇ ਲਈ ਮਾਰੂ ਸਾਬਤ ਹੋਵੇਗਾ। संयुक्त किसान मोर्चा जिनके साथ सरकार की जब चर्चा चल रही थी तो उस समय इन्होंने वादा किया था कि अगर कुछ बदलाव लिया जाए तो संयुक्त मोर्चा के सारे सदस्यों के साथ संगठन के साथ बात करते हुए कोई अगर परिवर्तन करने की जरूरत हो तो कहा सर किया जाएगा, लेकिन ये नहीं मानने के लिए तैयार है। सर ये सर किसानों के लिए सबसे बड़ा सर्वनाश लाने वाला एक बिल है। ਵਿਰੋਧੀ ਧਿਰਾਂ ਦੇ ਇਸ ਇਲਜ਼ਾਮ ਤੇ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਜਵਾਬ ਦਿੰਦਿਆਂ ਇਸ ਨੂੰ ਝੂਠਾ ਪ੍ਰਾਪੇਗੰਡਾ ਕਰਾਰ ਦਿੱਤਾ। मैं 2-3 बिंदु बोलना चाहता हूँ।
ये आवश्यक ही बोला जाए ताकि जो फॉल्स प्रोपेगेंडा कर रहे हैं या तो जानबूझ के अध्यक्ष मैं बोल रहा हूं आप जब बोले तो मैं सुने, ये जो फॉल्स प्रोपेगेंडा कर रहा है इसका मैं प्रतिकार करूं। ਕਾਂਗਰਸ ਸਮੇਤ ਦੂਜੇ ਦਲਾਂ ਦੇ ਭਾਰੀ ਹੰਗਾਮੇ ਦੇ ਵਿਚਾਲੇ ਬਿਜਲੀ ਸੋਧ ਬਿੱਲ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ। ਬਿੱਲ ਦੇ ਨਵੇਂ ਨੁਕਸਾਨ ਤੇ ਹੁਣ ਸਟੈਂਡਿੰਗ ਕਮੇਟੀ ਆਖਰੀ ਫੈਸਲਾ ਲਵੇਗੀ। ਬਿਊਰੋ ਰਿਪੋਰਟ ਨਿਊਜ਼ 18। ਬਿਜਲੀ ਸੋਧ ਬਿੱਲ ਭਾਵੇਂ ਲੋਕ ਸਭਾ ਦੀ ਸਟੈਂਡਿੰਗ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ, ਪਰ ਪੰਜਾਬ ਦੇ ਵਿੱਚ ਇਸ ਬਿੱਲ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਸੱਤਾ ਤੇ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਇਸ ਬਿੱਲ ਦਾ ਵਿਰੋਧ ਕਰ ਰਹੇ ਨੇ, ਜਦਕਿ ਬੀਜੇਪੀ ਦਾ ਆਪਣਾ ਤਰਕ ਹੈ। ਬਿਜਲੀ ਮੰਤਰੀ ਆਰ.ਕੇ. ਸਿੰਘ ਦੇ ਵੱਲੋਂ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਗਏ ਬਿਜਲੀ ਸੋਧ ਬਿੱਲ ਦਾ ਅਸਰ ਪੰਜਾਬ 'ਚ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਬੀਜੇਪੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਿੱਲ ਤੇ ਸਖਤ ਇਤਰਾਜ਼ ਜਤਾਉਂਦਿਆਂ ਇਸ ਨੂੰ ਸੰਘੀ ਢਾਂਚੇ ਅਤੇ ਕਿਸਾਨੀ ਦੇ ਖਿਲਾਫ ਦੱਸਿਆ ਅਤੇ ਉਮੀਦ ਜਤਾਈ ਕਿ ਕੇਂਦਰ ਇਸ ਬਿੱਲ ਨੂੰ ਵਾਪਸ ਲਵੇਗਾ। ਤਾਂ ਮੈਨੂੰ ਉਮੀਦ ਹੈ ਕਿ ਸਟੈਂਡਿੰਗ ਕਮੇਟੀ ਸਟੇਕ ਹੋਲਡਰਸ ਨੂੰ ਜਿਹੜੇ ਉਹਦੇ ਨਾਲ ਸੰਬੰਧਿਤ ਨੇ, ਇਸ ਬਿਜਲੀ ਐਕਟ ਦੇ ਨਾਲ ਸੰਬੰਧਿਤ ਜਿਹੜੇ ਸਟੇਕ ਹੋਲਡਰਸ ਨੇ, ਕਿਸਾਨ ਨੇ ਜਾਂ ਵਪਾਰੀ ਨੇ ਜਾਂ ਬਲਕਿ ਘਰੇਲੂ ਉਤਪਾਦਨ ਤੇ ਵੀ ਫਰਕ ਪੈਣਾ, ਉਹਨਾਂ ਨੂੰ ਬੁਲਾ ਕੇ ਇਸ ਬਿੱਲ ਨੂੰ ਜੋ ਜਲਦਬਾਜ਼ੀ 'ਚ ਪੇਸ਼ ਕੀਤਾ ਗਿਆ ਉਹਨੂੰ ਵਾਪਸ ਲੈ ਲਿਆ। ਕਾਂਗਰਸ ਨੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦਿਆਂ ਇਸ ਨੂੰ ਹਰ ਤਬਕੇ ਦੇ ਲਈ ਮਾਰੂ ਕਰਾਰ ਦਿੱਤਾ ਅਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਰਬਦਲੀ ਬੈਠਕ ਬੁਲਾ ਕੇ ਇਸ ਮਸਲੇ ਤੇ ਸਾਂਝੀ ਲੜਾਈ ਲੜੀ ਜਾਵੇ। ਇਹ ਸਿੱਧਾ ਕਿਸਾਨ ਨਾਲ ਬਹੁਤ ਜ਼ਾਸਤੀ ਤੇ ਧੱਕਾ ਹੋਏਗਾ ਔਰ ਫੈਡਰਲ ਢਾਂਚੇ ਤੇ ਇਹ ਡਾਕਾ ਹੋਏਗਾ। ਇਹ ਨਹੀਂ ਹੋਣਾ ਚਾਹੀਦਾ ਔਰ ਮੈਂ ਇਹਦੇ ਵਾਸਤੇ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਹ ਸਰਵ ਪਾਰਟੀ ਮੀਟਿੰਗ ਬੁਲਾ ਕੇ ਔਰ तमाम ਜਥੇਬੰਦੀਆਂ ਨਾਲ ਗੱਲ ਕਰਕੇ ਸਾਨੂੰ ਇਹਦੇ ਤੇ ਲੜਾਈ ਲੜਨੀ ਪਏਗੀ। ਅਕਾਲੀ ਦਲ ਨੇ ਵੀ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਲਿਖਤੀ ਸਮਝੌਤਾ ਕਰਕੇ ਮੁੱਕਰ ਗਈ ਹੈ ਅਤੇ ਕੇਂਦਰ ਨੂੰ ਇਹ ਬਿੱਲ ਬਿਨਾਂ ਸ਼ਰਤ ਵਾਪਸ ਲੈਣਾ ਚਾਹੀਦਾ ਹੈ। पॉइंट नंबर 4 को आप पढ़िए, जहां लिखती में दिया है कि पार्लियामेंट में इंट्रोड्यूस होने से पहले यूनियन से बात कर किसानों से बात करी जाएगी। मैं जानना चाहती हूं कि 8 महीने किसी से आपने बात नहीं करी, आज आपने जोर जबर से आपने इंट्रोड्यूस कर दिया और बोला हमने कोई कमिटमेंट नहीं दी थी। जब मैं ये लिखित कमिटमेंट दिखाना चाह रही हूं तो मुझे बोलने नहीं दिया जा रहा है। सो मैं पूछना चाहती हूं कि इस सरकार की जबानी छोड़िए, आज लिखित कमिटमेंट का भी कोई जीरो वैल्यू है, क्यों भाग रही है इन चीजों से? चिट्ठी लिखी है कि ਜਿਹੜਾ ਬਿੱਲ ਹੈ ਉਹ ਫੈਡਰਲ ਢਾਂਚੇ ਦੇ ਉਲਟ ਹੈ। ਇਲੈਕਟ੍ਰਿਸਿਟੀ ਕਨਕਰੈਂਟ ਲਿਸਟ ਹੈ, ਜਿਹੜੀ ਚੀਜ਼ਾਂ ਕਨਕਰੈਂਟ ਲਿਸਟ ਹੁੰਦੀਆਂ ਉਹ ਸਟੇਟ ਦੀ ਪਰਮਿਸ਼ਨ ਦੀ ਲੋੜ ਹੁੰਦੀ ਹੈ, ਇੱਥੇ ਲੈ ਨਹੀਂ ਰਹੇ, ਸਿੱਧਾ ਬਿੱਲ ਆ ਰਿਹਾ, ਸੋ ਇਟਸ ਅਨਕਨਸਟੀਟਿਊਸ਼ਨਲ। ਉਧਰ ਬੀਜੇਪੀ ਦਾ ਦਾਅਵਾ ਹੈ ਕਿ ਇਹ ਬਿੱਲ ਕਿਸੇ ਦੇ ਵੀ ਖਿਲਾਫ ਨਹੀਂ ਬਲਕਿ ਲੋਕ ਪੱਖੀ ਹੈ। ਕੰਪੀਟੀਸ਼ਨ ਲੈ ਕੇ ਆਏਗਾ ਔਰ ਜਦੋਂ ਕੰਪੀਟੀਸ਼ਨ ਆਉਂਦਾ ਹੈਗਾ, ਜਿਸ ਤਰ੍ਹਾਂ ਮੋਬਾਈਲ ਫੋਨ ਪਹਿਲਾਂ ਹਿੰਦੁਸਤਾਨ 'ਚ ਬਹੁਤ ਮਹਿੰਗੇ ਸੀ ਤੇ ਜਦੋਂ ਕੰਪੀਟੀਸ਼ਨ ਆਇਆ ਤਾਂ ਉਸ ਤੋਂ ਬਾਅਦ ਮੋਬਾਈਲ ਫੋਨ ਜਿਹੜੇ ਆ ਬਹੁਤ ਕੰਪੀਟੀਸ਼ਨ ਆਉਣ ਨਾਲ ਸਸਤੇ ਹੋ ਗਏ। ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਬਿਜਲੀ ਸੋਧ ਬਿੱਲ ਦਾ ਵੱਡਾ ਵਿਰੋਧ ਸ਼ੁਰੂ ਹੋ ਗਿਆ ਹੈ। ਖੇਤੀ ਕਾਨੂੰਨਾਂ ਤੋਂ ਬਾਅਦ ਬਿਜਲੀ ਸੋਧ ਬਿੱਲ ਨੂੰ ਪਾਸ ਕਰਨਾ ਕੇਂਦਰ ਸਰਕਾਰ ਦੇ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਬਿਊਰੋ ਰਿਪੋਰਟ ਨਿਊਜ਼ 18। ਨਵੇਂ ਸੋਧ ਬਿੱਲ ਦੇ ਵਿੱਚ ਬਿਜਲੀ ਕੰਪਨੀਆਂ ਲਈ ਕਾਫੀ ਕੁਝ ਐਡ ਕੀਤਾ ਗਿਆ ਹੈ। ਬਿਜਲੀ ਐਕਟ ਦੇ ਸੈਕਸ਼ਨ 42 ਦੇ ਵਿੱਚ ਸੋਧ ਦੀ ਮੰਗ ਕੀਤੀ ਗਈ ਹੈ, ਜਿਸ ਦੇ ਜ਼ਰੀਏ ਬਿਜਲੀ ਕੰਪਨੀਆਂ ਦੇ ਲਾਇਸੈਂਸ ਧਾਰਕਾਂ ਨੂੰ ਸਰਕਾਰੀ ਨੈਟਵਰਕ ਵਰਤਣ ਦੀ ਖੁੱਲ੍ਹ ਹੋਏਗੀ। ਸੈਕਸ਼ਨ 14 ਦੇ ਵਿੱਚ ਸੋਧ ਦੇ ਜ਼ਰੀਏ ਸਰਕਾਰੀ ਨੈਟਵਰਕ ਦੀ ਸਹੂਲਤ ਦੇਣ ਦੇ ਪਿੱਛੇ ਤਰਕ ਇਹ ਹੈ ਕਿ ਇਸ ਦੇ ਨਾਲ ਬਿਜਲੀ ਖੇਤਰ 'ਚ ਮੁਕਾਬਲਾ ਵਧੇਗਾ, ਗੁਣਵੱਤਾ ਵਧੇਗੀ ਅਤੇ ਬਿਜਲੀ ਸਰਵਿਸ 'ਚ ਸੁਧਾਰ ਹੋਏਗਾ। ਸੈਕਸ਼ਨ 14 ਦੇ ਵਿੱਚ ਸੋਧ ਨਾਲ ਡਿਸਕੌਮ ਦੇ ਹੋਰ ਲਾਇਸੈਂਸ ਧਾਰਕਾਂ ਨੂੰ ਬਿਜਲੀ ਵੰਡ ਨੈਟਵਰਕ ਦੀ ਵਰਤੋਂ ਦੀ ਖੁੱਲ੍ਹ ਹੋਵੇਗੀ। ਇਸ ਤੋਂ ਇਲਾਵਾ ਬਿਜਲੀ ਐਕਟ ਦੇ ਵਿੱਚ 60A ਜੋੜਨ ਦੀ ਮੰਗ ਕੀਤੀ ਗਈ ਹੈ, ਜੋ ਕਿ ਇੱਕ ਖੇਤਰ ਦੇ ਵਿੱਚ ਜ਼ਿਆਦਾ ਬਿਜਲੀ ਕੰਪਨੀਆਂ ਹੋਣ ਤੇ ਕ੍ਰਾਸ ਸਬਸਿਡੀ ਦਾ ਪ੍ਰੋਵੀਜ਼ਨ ਦੇਵੇਗੀ। ਬਿਜਲੀ ਐਕਟ ਦੇ ਸੈਕਸ਼ਨ 62 ਦੇ ਵਿੱਚ ਸੋਧ ਦੇ ਜ਼ਰੀਏ ਕੰਪਨੀਆਂ ਨੂੰ ਹਰ ਸਾਲ ਬਿਜਲੀ ਦਰਾਂ ਦਾ ਮੁਲਾਂਕਣ ਕਰਨ ਦਾ ਅਧਿਕਾਰ ਹੋਵੇਗਾ। ਵੱਧ ਘਟ ਸਕਦੀਆਂ ਨੇ, ਪਰ ਇਹ ਵਾਧਾ ਕਮਿਸ਼ਨ ਦੇ ਵੱਲੋਂ ਦਿੱਤੀਆਂ ਦਰਾਂ ਦੇ ਵਿਚਕਾਰ ਹੀ ਹੋਏਗਾ। ਇਸ ਤੋਂ ਇਲਾਵਾ ਸੈਕਸ਼ਨ 146 ਦੇ ਤਹਿਤ ਬਿਜਲੀ ਕੰਪਨੀਆਂ ਦੇ ਵੱਲੋਂ ਕੋਈ ਨਿਯਮਾਂ ਦਾ ਉਲੰਘਣ ਹੋਣ ਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਜੁਰਮਾਨਾ ਤਾਂ ਹੋ ਸਕਦਾ ਹੈ, ਪਰ ਜੇਲ੍ਹ ਨਹੀਂ। ਬਿਜਲੀ ਸੋਧ ਬਿੱਲ ਦੇ ਵਿੱਚ ਕੰਪਨੀਆਂ ਦੇ ਲਈ ਕੀ ਹੈ ਉਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਇਹ ਸਾਰੀਆਂ ਸੋਧਾਂ ਨੇ ਜਿਸ ਨੂੰ ਲੈ ਕੇ ਕਈ ਸਾਰੇ ਸਵਾਲ ਵੀ ਖੜੇ ਕੀਤੇ ਗਏ ਨੇ। ਇਸ ਦੇ ਵਿੱਚ ਬਿਜਲੀ ਕੰਪਨੀਆਂ ਦੇ ਲਈ ਕੀ ਸਹੂਲਤਾਂ ਨੇ, ਸਰਕਾਰੀ ਨੈਟਵਰਕ ਦੀ ਸਹੂਲਤ
ਸਰਕਾਰੀ ਨੈਟਵਰਕ ਵਰਤਣ ਦੀ ਖੁੱਲ੍ਹ ਹੋਏਗੀ ਕੰਪਨੀਆਂ ਨੂੰ। ਬਿਜਲੀ ਵੰਡ ਨੈਟਵਰਕ ਦੀ ਵਰਤੋਂ ਦੀ ਖੁੱਲ੍ਹ ਹੋਏਗੀ। ਇੱਕ ਖੇਤਰ ਦੇ ਵਿੱਚ ਜੇ ਜ਼ਿਆਦਾ ਬਿਜਲੀ ਕੰਪਨੀਆਂ ਨੇ ਤਾਂ ਕ੍ਰਾਸ ਸਬਸਿਡੀ ਦਾ ਪ੍ਰੋਵੀਜ਼ਨ ਹੋਏਗਾ। ਹਰ ਸਾਲ ਬਿਜਲੀ ਦਰਾਂ ਦਾ ਕੰਪਨੀਆਂ ਮੁਲਾਂਕਣ ਕਰ ਸਕਣਗੀਆਂ ਤੇ ਨਾਲ ਹੀ ਜੇ ਕੋਈ ਉਲੰਘਣਾ ਕੀਤੀ ਜਾਂਦੀ ਹੈ ਕਿਸੇ ਵੀ ਕੰਪਨੀ ਦੇ ਵੱਲੋਂ ਤਾਂ ਉਹਨਾਂ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਜੁਰਮਾਨਾ ਹੋ ਸਕਦਾ ਹੈ, ਲੇਕਿਨ ਜੇਲ੍ਹ ਨਹੀਂ। उधर किसानों दे विच इस बिजली सोध बिल के खिलाफ काफी रोस है। अमृतसर दे विच किसान मजदूर संघर्ष कमेटी ने बिल का विरोध करते हुए प्रदर्शन किया ते इस प्रदर्शन दे विच बिजली मुलाजम भी शामिल हुए। बिजली मुलाजमां ने सोमवार नूं पब्लिक डीलिंग ना करन दा भी ऐलान किया। बिजली मुलाजमां ने यह भी कहा कि वो कोई भी बिजली फॉल्ट ठीक नहीं करनगे। दरअसल प्रदर्शनकारी बिजली सोध बिल नूं वापस लैण दी मंग कर रहे सन तां किसानां दे वल्लों प्रदर्शन किया गया ते इस प्रदर्शन दे विच बिजली मुलाजम भी शामिल हुए। ਸਾਡੇ ਨਾਲ ਫੈਸਲਾ ਹੋਇਆ ਸੀ ਜਦ ਅਸੀਂ ਅੰਦੋਲਨ ਮੁਲਤਵੀ ਕਰਕੇ ਆਏ ਆ ਵੀ ਇਹ ਬਿਜਲੀ ਸੋਧ ਬਿੱਲ ਨਹੀਂ ਲੈ ਕੇ ਆਵਾਂਗੇ, ਪਰਾਲੀ ਵਾਲਾ ਬਿੱਲ ਨਹੀਂ ਲੈ ਕੇ ਆਵਾਂਗੇ ਤੇ ਉਹਦੇ ਤਹਿਤ ਅਸੀਂ ਉੱਥੋਂ ਉੱਠ ਕੇ ਸਮਝੌਤਾ ਕਰਕੇ ਆਏ ਸੀ। ਇਸ ਲਈ ਅਸੀਂ ਚੇਤਾਵਨੀ ਦਿੰਦੇ ਆ ਕੇਂਦਰ ਸਰਕਾਰ ਨੂੰ ਇਹੋ ਜਿਹੀਆਂ ਗੱਲਾਂ ਤੋਂ ਬਾਜ਼ ਆ ਜਾਣਾ ਚਾਹੀਦਾ, ਨਹੀਂ ਤਾਂ ਅਸੀਂ ਸੰਘਰਸ਼ ਦੀ ਤਿਆਰੀ ਕਰਨ ਲੱਗੇ ਹੋਏ ਆ। ਇੱਕ ਵੱਡੇ ਸੰਘਰਸ਼ ਦੀ ਤਿਆਰੀ ਵੱਲ ਨੂੰ ਅਸੀਂ ਜਾ ਰਹੇ ਹਾਂ। ਭਗਵੰਤ ਮਾਨ ਸਰਕਾਰ ਤੁਰੰਤ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਇਹਦੇ ਵਿਰੋਧ ਵਿੱਚ ਮਤਾ ਪਾਸ ਕਰੇ ਔਰ ਦੇਸ਼ ਦੇ ਤੇ ਪੰਜਾਬ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਜਿੱਥੇ ਜਿੱਥੇ ਵੀ ਮੌਕਾ ਮਿਲਦਾ ਅਰਥੀ ਫੂਕ ਮੁਜ਼ਾਹਰੇ ਕਰੋ, ਤਿੱਖੇ ਤੋਂ ਤਿੱਖਾ ਅੰਦੋਲਨ ਕਰਾਂਗੇ। ਰੇਲਾਂ ਜਾਮ ਕਰਨ ਦੀ ਲੋੜ ਹੀ, ਰੇਲਾਂ ਜਾਮ ਕਰਾਂਗੇ। ਹੁਣ ਜਿਹੜੀ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕਰਨ ਦਾ ਫੈਸਲਾ ਕਰ ਲਿਆ। ਇਸ ਕਰਕੇ ਆਓ ਸੰਘਰਸ਼ ਦੇ ਮੈਦਾਨ ਦੇ ਵਿੱਚ ਡਟ ਗਏ ਔਰ ਜਿਹੜਾ ਸਮਾਰਟ ਮੀਟਰਾਂ ਦਾ ਫੈਸਲਾ ਇਹਨਾਂ ਨੇ ਕੀਤਾ ਇਹਨੂੰ ਵਾਪਸ ਕਰਵਾਈਏ, ਕਿਉਂਕਿ ਸਮਾਰਟ ਮੀਟਰਾਂ ਦੇ ਰਾਹੀਂ ਉਹ ਬਿਜਲੀ ਸੋਧ ਬਿੱਲ ਲਾਗੂ ਕਰਨਾ ਚਾਹੁੰਦੇ ਆ ਜਿਹੜਾ ਆਪਾਂ ਦਿੱਲੀ ਹਕੂਮਤ ਦੇ ਖਿਲਾਫ ਲੜ ਕੇ ਰੱਦ ਕਰਵਾ ਕੇ ਆਏ ਆ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।